ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸਾਹਿਬ ਅਸ਼ਟਪਦੀ 11ਵੀਂ ਸ਼ਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਣੇ, ਜਲ ਥਲ ਮਈਲ ਸੋਏ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੇ, ਜਲ ਥਲ ਮਈਲ ਸੋਏ। ਆਪਾਂ ਪਹਿਲਾ ਪੱਖ ਵਿਚਾਰੀਏ, ਦੋ ਹੀ ਪੱਖ ਵਿਚਾਰਨੇ ਆਪਾਂ। ਦੂਏ ਪੱਖ ਜਵਾਬ ਹੁੰਦਾ, ਸਾਰ ਹੁੰਦਾ। ਇੱਥੇ ਸਤਿਗੁਰਾਂ ਨੇ ਪਹਿਲੇ ਪੱਖ ਸਮਝਾਇਆ ਆਪਾਂ ਨੂੰ। ਕਰਨ ਜੋ ਸ੍ਰਿਸ਼ਟੀ ਜੋ ਅਸੀਂ ਕਰ ਰਹੇ ਹਾਂ, ਵਰਤਮਾਨ ਜੋ ਚੱਲ ਰਿਹਾ, ਕਾਰਨ ਕਿਹਦੀ ਖਾਤਰ ਐਡਾ ਡੰਬਰ ਰਚਿਆ ਕੁਦਰਤ ਨੇ। ਕਿਸ ਕਾਰਨ ਤੁਮ ਜਗ ਆਏ ਭਾਈ, ਕੀ ਕਰਨ ਆਏ ਅਸੀਂ, ਕੀ ਵਜ੍ਹਾ ਹੈ ਸਾਡਾ ਸੰਸਾਰ 'ਚ ਆਉਣ ਦਾ, ਕੀ ਕਾਰਨ ਹੈ। ਜੈ ਪ੍ਰਸਾਦ ਭਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ। ਭਗਤੀ ਕਰਨੀ ਹੈ ਭਾਈ, ਮਨੁੱਖਾਂ ਦੇ ਹੀ ਮਿਲੀ ਹੈ ਨਾਮ ਦੀ ਪ੍ਰਾਪਤੀ ਖਾਤਰ। ਸਾਨੂੰ ਸਮਝ ਕਿਉਂ ਨਹੀਂ ਆ ਰਹੀ, ਅਸੀਂ ਕੁਰਾਹੇ ਪੈ ਗਏ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਮੰਗਦੇ ਕੀ ਹੈ ਦੁੱਖ। ਮਾਇਆ ਖੋਟਾ ਵਪਾਰਾ ਰਾਮ। ਮਾਇਆ ਸਾਡੀ ਮਤ ਨਾ ਆਉਂਦੀ ਹੈ ਭਾਈ, ਫਿਰ ਤਾਂ ਸਾਰੇ ਅਮੀਰ ਹੋਣਗੇ, ਫਿਰ ਤਾਂ ਗਰੀਬ ਹੋਵੇ ਹੀ ਨਾ ਕੋਈ। ਜੇ ਮੰਗ ਕੇ ਵੀ ਮਿਲਦੀ ਹੋਵੇ ਤਾਂ ਫਿਰ ਕੰਮ ਕਰਨ ਦੀ ਵੀ ਕੋਈ ਲੋੜ ਨਹੀਂ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇ ਨਾਮ ਸੰਤੋਖੀਏ, ਉਤਰੀ ਮਨ ਕੀ ਭੁੱਖ। ਮਨ ਦੀ ਭੁੱਖ ਦਾ ਨਾਮ ਹੈ। ਫਿਰ ਅਸੀਂ ਮਨ ਦੀ ਭੁੱਖ ਸਰੀਰ ਨਾਲ ਜੋੜਤੀ, ਉੱਥੋਂ ਕਿਰਾਏ ਪੈ ਗਏ। ਕਿਉਂ ਜੋੜਤੀ? ਗੁਰ ਕੀ ਮਤ ਨਹੀਂ ਲਈ, ਅਸੀਂ ਆਪ ਸਿਆਣੇ ਬਣ ਗਏ। ਆਪਣੀ ਆਪਣੀ ਬੁੱਧੀ ਨਾਲ ਸਾਰੇ ਇਹਨੂੰ ਬਾਣੀ ਨੂੰ ਵਰਤਾ ਰਹੇ ਨੇ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਆ ਕੰਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਤੇਰਾ ਕਿੰਨਾ, ਤੂੰ ਆਪ ਆਪਣਾ ਆਪ ਜਾਣੇ। ਫਿਰ ਵੀ ਨਹੀਂ ਅਸੀਂ ਹਟਦੇ। ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਸਿੱਖਿਆ ਲੈਣੀ ਹੈ, ਬਾਣੀ ਨੂੰ ਵਿਚਾਰਨਾ ਸੁਣਨਾ, ਫਿਰ 'ਚੋਂ ਗਿਆਨ ਦੀ ਜੋਤ ਪ੍ਰਗਟ ਹੋਣੀ ਹੈ। ਉਹਦੇ ਨਾਲ ਸਾਨੂੰ ਸਮਝ ਆਉਣੀ ਹੈ ਵੀ ਇੱਕ ਹੀ ਹੈ, ਦੂਜਾ ਤਾਂ ਕੋਈ ਹੋਰ ਹੈ ਹੀ ਨਹੀਂ ਗਾ। ਉਹਦੇ ਨਾਲ ਸਾਨੂੰ ਇਹ ਸਮਝ ਆਉਣੀ ਹੈ ਸਾਡਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਹੈ। ਉਹਦੇ ਨਾਲ ਸਾਨੂੰ ਸਮਝ ਆਉਣੀ ਹੈ ਗੁਰ ਸ਼ਬਦ ਦੇ ਗਿਆਨ ਨਾਲ ਅਸੀਂ ਕੀ ਕਰ ਰਹੇ ਹਾਂ, ਸਾਡਾ ਭਵਿੱਖ ਕੀ ਅੱਗੇ ਆਊਗਾ। ਉਹਦੇ ਨਾਲ ਸਾਨੂੰ ਸਮਝ ਆਉਣੀ ਹੈ ਇੱਕ ਕੀ ਹੈ। ਫਿਰ ਸਾਨੂੰ ਸਮਝ ਆਉਣੀ ਹੈ ਦੂਸਰ ਨਾ ਹੀ ਕੋਈ, ਹੋਰ ਤਾਂ ਹੈ ਹੀ ਨਹੀਂ। ਜਦੋਂ ਗਿਆਨ ਹੋ ਜਾਣਾ ਸਾਨੂੰ ਸਮਝ ਆ ਜਾਂਦੀ ਹੈ। ਫਿਰ ਕੁਦਰਤ ਦਾ ਜਸ ਹੁੰਦਾ, ਪਹਿਲਾਂ ਤਾਂ ਹੁੰਦਾ ਹੀ ਨਹੀਂ ਗਾ। ਜਿੱਥੇ ਬਾਣੀ ਬਹਿ ਕੇ ਉਚਾਰੀ ਜਾਂਦੀ, ਇਹਨੂੰ ਬਾਣੀ ਵਿੱਚ ਦੇਵ ਲੋਕ ਕਿਹਾ ਗਿਆ, ਸੈਂਟਰ ਹੈ ਉਹ। ਭਗਤ ਤੇਰੇ ਮਨ ਭਾਵਦੇ, ਦਰ ਸੋਹਿਣ ਕੀਰਤਨ ਗਾਉਂਦੇ। ਕੀਰਤਨ ਤੋਂ ਭਾਵ ਕਿਰਤੀ ਉਹਦਾ ਜਸ ਕਰਦੇ, ਉਹ ਦਰ 'ਤੇ ਬਹਿ ਕੇ। ਜਿਹੜਾ ਅਸੀਂ ਕੀਰਤ ਮੰਨੀ ਬੈਠੇ ਹਾਂ, ਕੀਰਤਨ, ਉਹ ਕੀਰਤਨ ਨਹੀਂ, ਉਹ ਰਾਗ ਹੈ। ਬਾਣੀ ਉਹਨੂੰ ਰਾਗ ਕਹਿੰਦੀ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ। ਅਸੀਂ ਉਹ ਪੜ੍ਹ ਲੈਂਦੇ, ਅੱਗੇ ਨਹੀਂ ਪੜ੍ਹਦੇ, ਜਵਾਬ ਨਹੀਂ ਪੜ੍ਹਦੇ। ਸਤਿਗੁਰਾਂ ਦੇ ਸਾਰ ਰੂਪ ਨੂੰ ਨਹੀਂ ਪੜ੍ਹਦੇ, ਸਾਨੂੰ ਸਮਝਾਉਣਾ ਚਾਹੁੰਦੇ ਆ। ਗੁਰਮੁਖ ਜਪੈ ਲਾਏ ਧਿਆਨਾ। ਧਿਆਨ ਕੀਰਤਨ ਹੈ ਭਾਈ, ਕਿਰਤੀ ਹੈ, ਧਿਆਨ ਲਾ ਕੇ ਜਸ ਹੁੰਦਾ ਉਹਦਾ। ਜਿਹੜਾ ਅਸੀਂ ਗਾਉਂਦੇ ਉਹ ਰਾਗ ਹੈ। ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁਪਾਦ ਕਰ। ਸਾਰੀ ਖੇਲ ਸਾਨੂੰ ਕਿਵੇਂ ਸਮਝ ਆਊ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ। ਨਾਨਕ ਤਿਸ ਬਲਿਹਾਰਣੇ। ਕਿਵੇਂ ਬਲਿਹਾਰੇ ਜਾਵਾਂਗੇ, ਕਿਵੇਂ ਅਸੀਂ ਉਹਦੇ ਗੁਣ ਗਾਵਾਂਗੇ। ਜਲ ਥਲ ਮਈਲ ਸੋਏ। ਜਲ ਤੋਂ ਭਾਵ ਪਾਣੀ, ਥਲ ਮਿੱਟੀ ਹੈ, ਸਰੀਰ ਇਹਦੇ ਵਿੱਚ ਹੀ ਹੈ। ਮਈਲ ਹੁੰਦਾ ਵਿੱਚ, ਸਰੀਰ 'ਚ ਨਹੀਂ, ਮਨ ਮਹਿ ਆਪ, ਮਨ ਦੇ ਨਾਲ। ਮਨ ਰੂਪੀ ਹਿਰਦਾ। ਹਿਰਦਾ ਕੀ ਹੁੰਦਾ ਹੈ? ਜਿਵੇਂ ਇੱਕ ਦੀਵਾ ਜਲਦਾ ਹੈ, ਉਹ ਦੀਵੇ ਦੀ ਲਾਈਟ ਹੈ, ਜਿੰਨੀ ਦੇਰੀ 'ਚ ਉਹਦੀ ਰੋਸ਼ਨੀ, ਉਹਨੂੰ ਹਿਰਦਾ ਕਹਿੰਦੇ। ਇਵੇਂ ਜਿਵੇਂ ਮਨ ਦੀ ਜਿੰਨੀ ਕੁ ਬੁੱਧੀ ਹੈ, ਗਿਆਨ ਹੈ, ਰੋਸ਼ਨੀ, ਉਹਨੂੰ ਹਿਰਦਾ ਕਹਿੰਦੇ ਨੇ। ਉਹਨਾਂ ਕੁ ਸਾਡਾ ਆਕਾਸ਼ ਹੁੰਦਾ, ਉਹਨਾਂ ਕੁ ਸਾਨੂੰ ਪਤਾ ਹੁੰਦਾ ਸਾਡੇ ਕਿੰਨੇ ਕੁ ਰਿਸ਼ਤੇ ਹੁੰਦੇ ਨੇ। ਸਾਡੇ ਅੰਦਰ ਹਨੇਰਾ ਹੁੰਦਾ, ਉਹਨਾਂ ਕੋਈ ਰੋਸ਼ਨੀ ਹੈ। ਹੁਣ ਪ੍ਰਕਾਸ਼ ਕਰਨਾ, ਉੱਥੇ ਕੌਣ ਕਰੂ ਪ੍ਰਕਾਸ਼? ਕੋਈ ਵੀ ਨਹੀਂ ਕਰ ਸਕਦਾ ਉੱਥੇ ਗੁਰ ਸ਼ਬਦ ਤੋਂ ਬਿਨਾਂ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਆਧਾਰ। ਗੁਰ ਸ਼ਬਦ ਤੋਂ ਬਿਨਾਂ ਉੱਥੇ ਹਨੇਰਾ ਹੀ ਰਹੂਗਾ। ਸੰਸਾਰ 'ਚ ਕਿੱਡੇ ਵੀ ਗੁਰੂ ਬਣ ਜਾਣ ਸਰੀਰ ਕਰਕੇ, ਚੰਦਰਮਾ ਰੂਪੀ, ਸੂਰਜ ਰੂਪੀ, ਸੂਰਜਵਾਸੀ, ਬੜਾ ਕੁਛ ਹੈ ਪਿੱਛੇ ਪ੍ਰਚਲਿਤ ਮੱਤਾਂ। ਜੇ ਆਪਾਂ ਉੱਧਰ ਨੂੰ ਜਾਵਾਂਗੇ ਫਿਰ ਆਪਾਂ ਨੂੰ ਇਹ ਨਹੀਂ ਸਮਝ ਆਉਣੀ। ਇੰਨਾ ਟਾਈਮ ਹੀ ਨਹੀਂ ਆਪਣੇ ਕੋਲ ਹੈਗਾ। ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਸ ਵਾਰੇ। ਗੁਰ ਕਾਸ ਤੋਂ ਭਾਵ ਗੁਰ ਸ਼ਬਦ ਨਾਲ ਮਿਲ ਕੇ ਕਾਸ ਸਵਾਰਨਾ। ਅਸੀਂ ਆਪਦਾ ਆਪ ਹੀ ਸਵਾਰਨਾ, ਦੂਜਾ ਨਹੀਂ ਸੰਵਾਰ ਸਕਦਾ। ਆਪਣਾ ਹੱਥੀਂ ਆਪਣਾ ਆਪੇ ਹੀ ਕਾਸ ਸਵਾਰੀਏ। ਆਪੇ ਜਪੋ ਆਪਣਾ ਜਾਪ, ਅੱਗੇ ਆ ਜਾਣੀ ਆਪਾਂ ਨੂੰ ਅਸ਼ਟਪਦੀ। ਕਰਨ ਇਹ ਸੰਸਾਰ ਕਾਰਨ
ਕੀ ਵਜ੍ਹਾ ਐਡਾ ਡੰਬਰ ਰਚਿਆ ਕੁਦਰਤ ਨੇ ਸਾਡੀ ਖਾਤਰ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਮਨੁੱਖਾ ਤਾਂ ਜਨਮ ਬਹੁਤ ਬਾਅਦ 'ਚ ਹੋਇਆ, ਪਹਿਲਾਂ ਸਾਰਾ ਕੁਛ ਸਾਜਿਆ ਗਿਆ। ਪਹਿਲਾਂ ਰਿਜ਼ਕ ਉਪਾਹਾ, ਫਿਰ ਜੀਵ ਬਣਾ। ਪਹਿਲਾਂ ਰਿਜ਼ਕ ਪੈਦਾ ਕੀਤਾ ਗਿਆ, ਉਹਦਾ ਸਾਨੂੰ ਕਿਵੇਂ ਪਤਾ ਲੱਗੂਗਾ? ਸੱਚ ਦੇ ਗਿਆਨ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ ਭਾਈ। ਗਿਆਨ ਤੋਂ ਬਿਨਾਂ ਮਨ ਹੀ ਨਹੀਂ ਟਿਕਣਾ। ਮਨ ਟਿਕੇ ਤੋਂ ਬਿਨਾਂ ਸਾਨੂੰ ਇਹ ਸਾਰੀ ਖੇਲ ਨਹੀਂ ਸਮਝ ਆਣੀ। ਕੌਣ ਹੈ ਨਾਨਕ ਤਿਸ ਬਲਿਹਾਰ ਨੇ, ਜਲ ਥਲ ਬਈਅਲ ਸੋਏ। ਉਹ ਤੋਂ ਬਲਿਹਾਰੀ, ਉਹਦਾ ਜਸ ਕਿਵੇਂ ਕਰਾਂਗੇ? ਸੱਚ ਦੇ ਗਿਆਨ ਨਾਲ। ਜਿੱਥੇ ਬਾਣੀ ਬਹਿ ਕੇ ਰਚੀ ਗਈ ਹੈ, ਜਿੱਥੇ ਉਚਾਰੀ ਗਈ ਹੈ, ਉਹ ਦੇਵਲੋਕ ਹੈ। ਉੱਥੇ ਪਹੁੰਚਣਾ ਆਪਾਂ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਸਤਿਗੁਰ ਸਮਝਾਉਂਦੇ ਆ, ਕਿੰਨੇ ਹੋਰ ਨਿਕਲ ਜਾਂਦੇ। ਉਹ ਕੀ ਹੈ? ਦੇਵਲੋਕ। ਦੇਵਲੋਕ 'ਚ ਹੀ ਹੁਕਮ ਹੁੰਦਾ ਆਪਾਂ ਨੂੰ। ਫਿਰ ਆਪਾਂ ਦੁਆਪਰ ਗਰਭ ਦੇ ਵਿੱਚ ਆਉਂਦੇ ਹਾਂ, ਮਾਤਲੋਕ 'ਚ ਆਉਂਦੇ ਹਾਂ, ਜਨਮ ਹੁੰਦਾ, ਬਾਹਰ ਆਉਂਦੇ ਹਾਂ ਕਲਪਨਕ ਯੁੱਗ, ਕਲਯੁੱਗ ਕਹਿ ਲਈਏ ਇਹਨੂੰ। ਕਲਪਨਾ ਕਰਦਾ ਹੈ ਜੀਵ, ਕਲਪਨਾ ਸ਼ੁਰੂ ਹੋ ਜਾਂਦੀ ਹੈ। ਇਹ ਤੋਂ ਪਹਿਲਾਂ ਕਲਪਨਾ ਨਹੀਂ ਹੁੰਦੀ, ਜੋਤ ਹੀ ਹੁੰਦੀ। ਕਲਪਨਾ ਹੀ ਕਾਲ ਹੈ ਸਾਡੀ। ਜੀ ਨਾ ਮੁਕਤ ਹੋਏ ਅਸੀਂ ਗਿਆਨ ਨਾਲ, ਗਿਆਨ ਨਾਲ ਲਿਆ, ਫਿਰ ਸਾਨੂੰ ਕਾਲ ਲੈ ਜਾਊਗਾ। ਫਿਰ 84 ਲੱਖ ਨੂੰ ਸਾਨੂੰ ਜਾਣਾ ਪਊਗਾ। ਸਤਿਗੁਰ ਜਾਗਤਾ ਹੈ ਦਿਓ, ਹਰ ਇੱਕ ਜੂਨੀ ਸਤਿਗੁਰ ਜਾਗਤਾ। ਸਾਡੇ ਅੰਤਰ ਜਿਹੜੀ ਜੋਤ ਹੈ, ਜਿਹਨੂੰ ਬਾਣੀ ਵਿੱਚ ਸੰਤ ਵੀ ਕਿਹਾ, ਹਰ ਵੀ ਕਿਹਾ, ਗੋਬਿੰਦ ਵੀ ਕਿਹਾ, ਸਾਰੇ ਉਹਦੇ ਨਾਂ ਠਾਕਰ ਹੈ। ਉਹ ਹਰ ਇੱਕ ਜੂਨੀ ਜਾਗਦਾ, ਮਨ ਹਰ ਇੱਕ ਜੂਨੀ ਜਾ ਕੇ ਸੌਂ ਜਾਂਦਾ। ਹੁਣ ਅਸੀਂ ਸੁੱਤੇ ਪਏ ਹਾਂ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹੜੇ ਜਾਗ ਗਏ ਉਹ ਅੰਮ੍ਰਿਤ ਬਾਣੀ ਬੋਲਦੇ ਨੇ, ਜਿਹੜੇ ਜਾਗ ਗਏ ਨੇ ਉਹ ਦੇਵਲੋਕ ਨੇ। ਉਹਦੀ ਭਗਤੀ ਸ਼ੁਰੂ ਹੋ ਗਈ। ਜਿਹੜੇ ਸੁੱਤੇ ਪਏ ਨੇ ਉਹ ਸੁੱਤੇ ਹੀ ਚਲੇ ਜਾਂਦੇ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ। ਤਿੰਨ ਗੁਣਾ ਤਿੰਨ ਭਾਵ ਮਾਇਆ ਦੇ ਵਿੱਚ, ਰਜਗੁਣ ਸਤਗੁਣ ਤਮ ਗੁਣ ਕਹੀਏ, ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਜਿਹੜੇ ਚੌਥੇ ਚਲੇ ਜਾਂਦੇ ਨੇ, ਸਤਿ ਭਾਵ ਸੱਚਖੰਡ ਚਲੇ ਜਾਂਦੇ ਨੇ, ਮਾਇਆ ਪਾਰ ਕਰ ਜਾਂਦੇ ਨੇ, ਉਹਨਾਂ ਨੂੰ ਸਾਰੀ ਇਹ ਖੇਲ ਸਮਝ ਆਉਂਦੀ ਹੈ। ਉਹਨਾਂ ਨੇ ਦੱਸਿਆ ਆਪਾਂ ਨੂੰ ਵੀ ਦੂਸਰਾ ਤਾਂ ਹੈ ਹੀ ਨਹੀਂ ਕੋਈ ਭਾਈ। ਹੁਣ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਕਿਵੇਂ ਹੋਊਗੀ? ਆਪਾਂ ਬਾਣੀ ਸੁਣਦੇ ਵਿਚਾਰਦੇ ਰਹਾਂਗੇ, ਕਿਰਪਾ ਰਹਿਮਤ ਹੋ ਨਾ ਹੋ, ਕਿਵੇਂ ਨਹੀਂ ਹੋ ਸਕਦਾ। ਬਾਣੀ ਸੱਚੀ ਹੈ। ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸੱਚ ਹੈ ਇਹ ਸੱਚ ਹੈ। ਉੱਥੇ ਸੱਚ ਇਹੀ ਹੈ ਜੋ ਉੱਥੋਂ ਬੋਲਿਆ ਗਿਆ। ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚ ਆਉਂਦਾ ਹੈ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਉਹ ਸਾਰੇ ਸਾਨੂੰ ਦੇਖ ਰਹੇ, ਸੱਚਖੰਡ ਸਾਰੇ ਹੀ ਦੇਖ ਰਿਹਾ ਸਾਨੂੰ, ਸਾਰੇ ਗੁਰੂ ਭਗਤ ਸਾਰੇ ਦੇਖ ਰਹੇ ਨੇ। ਜੋਤ ਕਰਕੇ, ਪ੍ਰਗਾਸ ਕਰਕੇ। ਅਸੀਂ ਕੀ ਹਾਂ? ਅੰਨੇ। ਇਹ ਕੀ ਹੈ? ਮਾਇਆ। ਮਾਇਆ 'ਚ ਜੀਵ ਆ ਕੇ ਅੰਨਾ ਹੋ ਗਿਆ। ਤੀਜੀ ਇਹਨੇ ਬੁੱਧੀ ਖੋਲੀ ਆਪਦੀ, ਬੁੱਧੀ ਲੈਣ, ਅਕਲ ਲੈਣ ਆਇਆ। ਹੁਣ ਅਕਲ ਗਤ ਗੁਰ ਤੇ ਜਾਣੀ। ਇਹ ਤਾਂ ਗਤੀ ਤਾਂ ਇਹਦੀ ਇੱਥੇ ਬਾਣੀ ਨਾ ਹੋਣੀ ਸੀ। ਗੁਰ ਸ਼ਬਦ ਨਾਲ, ਗੁਰ ਕੀ ਮੱਤ ਤੁਲੇ ਹੋ ਜਾਣੇ, ਭਗਤੀ ਬਣਾਵੇ ਡੂਬੇ ਸਿਆਣੇ। ਤਾਂ ਆਪ ਹੀ ਗੁਰੂ ਬਣ ਕੇ ਪੈ ਗਿਆ। ਇੱਥੋਂ ਕਿਰਾਏ ਪੈ ਗਿਆ। ਆਪਾਂ ਨਹੀਂ ਪੈਣਾ, ਆਪਾਂ ਗੁਰੂ ਦੇ ਚਰਨ ਫੜਨੇ ਆ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਬੱਚੇ ਲੈ ਲੈਣੇ, ਥੋੜ੍ਹਾ ਜਿਹਾ ਆਪਾਂ ਨੂੰ ਹੋਰ ਸੁਖਾਲਾ ਹੋ ਜਾਊਗਾ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਹਰ ਜੀ ਜਿਹੜਾ ਸਾਡੇ ਅੰਦਰ ਹੈ, ਘਟ ਘਟ ਮੈਂ ਹਰ ਜੂ ਵਸੈ। ਸੰਤਨ ਕਹਿਓ ਪੁਕਾਰ, ਸੰਤਨ ਦੀ ਬਾਣੀ ਹੈ ਭਾਈ। ਪੁਕਾਰ ਪੁਕਾਰ ਕੇ ਕਹਿ ਰਹੀ ਤੇਰੇ ਅੰਦਰ ਹੀ ਵਸਦਾ ਵਾ। ਹਰ ਬਿਸਰ ਸਦਾ ਖੁਆਰੀ। ਹਰ ਬਿਸਰ ਗਿਆ, ਖੁਆਰੀ ਸਾਡੀ ਸ਼ੁਰੂ ਆ ਜੰਮਣ ਮਰਨ ਦੀ। ਹਰ ਬਿਸਰ ਤੇਰੇ ਗੁਣ ਗਲਿਆ। ਗੁਣ ਕੋਈ ਵੀ ਨਹੀਂ ਭਗਤ ਅਸੀਂ ਫਿਰ ਬਣ ਜਾਂਦੇ ਹਾਂ। ਨਿਰਭਉ ਅਸੀਂ ਨਹੀਂ, ਨਿਰਵੈਰ ਅਸੀਂ ਨਹੀਂ, ਕਾਲ ਤੋਂ ਮੁਕਤ ਅਸੀਂ ਨਹੀਂ, ਜੂਨੀਆਂ ਸਰੀਰ ਨਾਲ ਚਿੰਬੜੇ ਹੋਏ ਭਗਤ ਅਸੀਂ ਫਿਰ ਵੀ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਕਿਵੇਂ ਕਰੇਗਾ ਉਹਦੀ? ਗੁਣ ਤੇਰੇ 'ਚ ਕੋਈ ਨਹੀਂ। ਨਿਰਭਉ ਭੈ ਤੋਂ ਮੁਕਤ ਨਹੀਂ ਹੈਗਾ ਤੂੰ। ਨਿਰਵੈਰ ਨਹੀਂ, ਤੇਰਾ ਸੰਸਾਰ ਤੋਂ ਬੈ ਵਿਰੋਧ ਮੁਕਤ ਨਹੀਂ ਹੋਇਆ ਹਾਲੇ। ਇਹ ਪ੍ਰਾਪਤ ਕਰਨੇ ਆਪਾਂ। ਪਰ ਹਰੀ ਜੀ ਉਹਦੀ ਕਿਰਪਾ ਦੱਸਦੇ ਨੇ, ਜਿਹਦੀ ਕਿਰਪਾ ਨਾਲ ਆਪਣਾ ਜੀਵਨ ਹੈ, ਜਿਹਦੀ ਕਿਰਪਾ ਨਾਲ ਸਾਰਾ ਸੰਸਾਰ ਹਰਿਆ ਭਰਿਆ। ਹਰ ਜੀ ਉਹ ਗੁਫਾ ਅੰਦਰ ਰੱਖ ਕੇ, 10ਵੇਂ ਦੁਆਰ ਦੇ ਵਿੱਚ, ਜੇ ਆਪਾਂ ਕਹਿ ਲਈਏ ਹੁਕਮ ਦੇ ਅੰਦਰ ਦਾਇਰੇ ਦੇ ਵਿੱਚ ਇਹਨੂੰ ਜਨਮ ਦਿੱਤਾ, ਸਰੀਰ ਬਣਾਇਆ ਗਿਆ। ਜਿਨ ਤੂੰ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੇਂ ਜਿੰਨੇ ਵਾਰਿਆ। ਫਿਰ ਇਹਨੂੰ ਗਰਭ 'ਚੋਂ ਬਾਹਰ ਕੱਢਿਆ ਜਾਂਦਾ ਹੈ। ਮਨੁੱਖਾ ਦੀ ਉਹਦੀ ਕਿਰਪਾ ਨਾਲ ਮਿਲਦੀ, ਉਹਦੀ ਭਗਤੀ ਕਰਨੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਸਾਨੂੰ ਕਿਵੇਂ ਸਮਝ ਆਊ ਸਾਰੀ ਖੇਲ? ਗੁਰ ਪ੍ਰਸਾਦ ਭਰਮ ਕਾ ਨਾਸ। ਆਪਾਂ ਨੂੰ ਗੁਰ ਪ੍ਰਸਾਦ ਮਿਲਣਾ ਭਾਈ, ਗੁਰੂ ਦਾ ਗਿਆਨ। ਆਤਮਾ ਕਰਕੇ ਜਿਹੜਾ ਦੂਆ ਪ੍ਰਸਾਦ ਲੈਂਦੇ ਹੋ, ਸਰੀਰ ਕਰਕੇ, ਉਹ ਸਰੀਰ ਦੀ ਖੁਰਾਕ ਆ। ਅਸੀਂ ਸਰੀਰ ਦੀ ਖੁਰਾਕ ਨਾਲ ਜੁੜੇ ਰਹਿ ਗਏ ਜੀ। ਲੰਗਰ ਬਹੁਤ ਵਧੀਆ ਜੀ, ਉੱਥੇ ਆ ਬਹੁਤ ਵਧੀਆ ਜੀ। ਆਤਮਾ ਭਟਕਦੀ ਫਿਰਦੀ ਹੈ, ਕਿਰਾਏ ਪੈ ਗਏ ਅਸੀਂ। ਗਤੀ ਆਤਮਾ ਦੀ ਹੋਣੀ ਹੈ, ਸਰੀਰ ਦੀ ਕਰੀ ਜਾਂਦੇ। ਸਰੀਰ ਨੂੰ ਸੋਧਣਾ ਹੁੰਦਾ ਭਾਈ, ਗਤੀ ਆਤਮਾ ਦੀ ਹੁੰਦੀ ਹੈ।
ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ, ਹਵਾ ਦਾ ਬਾਜਾ ਆਪਣਾ ਪਾਈ। ਸਾਚੇ ਤੇ ਪਵਨਾ ਪਿਆ, ਪਵਨੀ ਤੇ ਜਲ ਹੋਏ, ਜਲ ਤੇ ਤ੍ਰੈ ਪਵਨ ਸਾਜਿਆ, ਘਟ ਘਟ ਜੋ ਸਮੋਏ। ਹਵਾ ਨੇ ਪਾਣੀ, ਪਾਣੀ ਤੋਂ ਬਾਅਦ ਸ੍ਰਿਸ਼ਟੀ ਪੈਦਾ ਕੀਤੀ ਗਈ। ਕਿਹਨੇ ਪੈਦਾ ਕੀਤਾ? ਕੁਦਰਤ ਨੇ। ਸਾਨੂੰ ਕਿਵੇਂ ਪਤਾ? ਸਾਨੂੰ ਪਤਾ ਲੱਗਦਾ ਹੈ ਸੱਚ ਦੇ ਗਿਆਨ ਤੋਂ। ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਦਿੱਤਾ ਸੰਸਾਰ ਸਮੁੰਦਰ ਪਾਰ ਕਰਨ ਖਾਤਰ ਇਹ ਗਿਆਨ ਦਾ ਸਮੁੰਦਰ। ਜੇ ਅਸੀਂ ਗੁਰ ਕੀ ਮੱਤ ਨਾਲ ਚੱਲਾਂਗੇ, ਨਦੀਆਂ ਪਵੇ ਸਮੁੰਦਰ ਨਾਲ ਜਾਣੀਏ, ਫਿਰ ਸਾਨੂੰ ਪ੍ਰਾਪਤੀ ਹੋਣੀ ਹੈ। ਆਤਮਾ ਖਾਤਰ ਨਹੀਂ ਲੋੜ ਹਵਾ ਦੀ, ਸਰੀਰ ਖਾਤਰ ਲੋੜ ਹੈ। ਬਾਜਾ ਪਵਨ ਬਜਾਇਆ, ਬਜਾਇਆ ਬਾਜਾ ਪਾਉਣ 9 ਦੁਆਰੇ ਪ੍ਰਗਟ। ਕਿ ਸਾਡੇ ਕੋਲ 9 ਗਿਆਨ ਇੰਦਰੇ ਨੇ, ਸਾਡੀ ਪਕੜ 'ਚ ਨੇ। 9 ਦਰਵਾਜੇ ਨਵੇਂ ਦਰ ਫੀਕੇ, 10ਵੇਂ ਅੰਮ੍ਰਿਤ 'ਚ ਵੀ ਜੇਰੇ। ਭਟਕਦੀ ਰਹਿੰਦੀ ਹੈ ਆਤਮਾ, ਤ੍ਰਿਪਤ ਨਹੀਂ ਹੁੰਦੀ। ਇਹ 'ਚ ਅੰਮ੍ਰਿਤ ਹੈ ਨਹੀਂ ਗਾ। ਅੰਮ੍ਰਿਤ ਕਿੱਥੇ ਆ? 10ਵੇਂ ਅੰਮ੍ਰਿਤ 'ਚ ਵੀ ਜੇਰੇ। ਕਿਵੇਂ ਜਾਵਾਂਗੇ 10ਵੇਂ 'ਚ? ਸੱਚ ਦੇ ਗਿਆਨ, ਗੁਰ ਸ਼ਬਦ 'ਚੋਂ ਸਾਨੂੰ ਗਿਆਨ ਹੋਊ, ਫਿਰ ਮਨ ਟਿਕੂਗਾ। ਫਿਰ ਮਨ ਬੁੱਧੀ ਆਪਦੇ ਮੂਲ ਹਰ ਦਾ ਦਰਸ਼ਨ ਕਰਨਗੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਫਿਰ ਉਸ ਤੋਂ ਬਾਅਦ ਇਹ ਖੇਲ ਸ਼ੁਰੂ ਹੋਣੀ ਹੈ, ਉਹਦਾ ਜਸ ਸ਼ੁਰੂ ਹੋਣਾ। ਫਿਰ ਸਾਨੂੰ ਪਤਾ ਲੱਗਣਾ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਣੇ, ਜਲ ਥਲ ਮਈ ਅਲਸੋਈ। ਕਰਨ ਵਰਤਮਾਨ ਜੋ ਚੱਲ ਰਿਹਾ, ਅੱਗੇ ਭਵਿੱਖ ਸਾਡਾ ਜੀਵਨ ਬਣਨਾ ਹੈ, ਜਿਹਦੇ ਨਾਲ ਸਾਡਾ ਜੀਵਨ ਸੰਸਕਾਰ ਬਦਲਣੇ, ਬੁਰਾਈਆਂ ਤੋਂ ਛੁਟਕਾਰਾ ਕਰਕੇ ਅਸੀਂ ਘਰ ਪਹੁੰਚਣਾ। ਉਹੀ ਤਾਂ ਕਿਰਪਾ ਰਹਿਮਤ ਲੈਣ ਆਏ ਹਾਂ ਭਾਈ। 10ਵਾਂ ਗੁਪਤ ਰਖਾਇਆ, ਗੁਪਤ ਸਾਡੀ ਪਕੜ ਤੋਂ ਪਰੇ ਹੈ। ਤ੍ਰਿਕੁਟੀ ਛੁੱਟੇ 10ਵਾਂ ਦਰ ਖੋਲ੍ਹੇ, ਤਾਂ ਮਨ ਖੀਵਾ ਪਾਈ। ਜਦੋਂ ਆ ਤ੍ਰਿਕੁਟੀ ਸਾਡਾ ਸਿਰ ਜਿਹੜੇ ਗਿਆਨ ਇੰਦਰੇ ਨੇ, ਇੱਥੋਂ ਮਨ ਬੁੱਧੀ ਤਿਆਗ ਕਰਕੇ ਥੱਲੇ ਚਲੇ ਜਾਂਦੇ ਨੇ 10ਵੇਂ 'ਚ। ਨਿਰਾਕਾਰ ਦੂਜੇ ਨੂੰ ਆਪਦੀ ਮੱਤ ਨਾਲ ਤਾਂ ਜਾ ਨਹੀਂ ਸਕਦੇ ਅਸੀਂ। ਗੁਰ ਸ਼ਬਦ ਨਾਲ ਜਾਣਾ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਤਮਾ ਦਾ ਪ੍ਰੀਤਮ ਕੀ ਹੈ? ਰੋਜ਼ ਪੜ੍ਹਦੇ ਹਾਂ ਆਪਾਂ, ਰਹਿ ਸਤਿਗੁਰ ਸੱਜਣ ਮਿਲਿਆ, ਉਹੀ ਤਾਂ ਉਹਦਾ ਪ੍ਰੀਤਮ ਹੈ। ਕਿਵੇਂ ਜਾਵਾਂਗੇ ਉੱਥੇ? ਗੁਰ ਸ਼ਬਦ ਦੇ ਗਿਆਨ ਨਾਲ। ਧਿਆਨ ਚਲਾ ਜਾਂਦਾ ਹੈ। ਧਿਆਨ ਨਹੀਂ ਜਾਣਾ, ਮੈਂ ਸਰੀਰ ਤਾਂ ਇੱਥੋਂ ਲਿਆ, ਇੱਥੇ ਛੱਡ ਦੇਣਾ ਮੈਂ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਕਿੰਨੇ ਹੋਰ ਨਿਕਲ ਜਾਂਦੇ ਆ ਹਜੇ ਗੁਰਸਿੱਖਾਂ ਨਾਲ। ਇਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ ਹੈ। ਉਹ ਗੁਪਤ ਜਿਹੜਾ ਸਾਡੀ ਪਕੜ ਤੋਂ ਪਰੇ ਹੁੰਦਾ, ਉਹ ਸਾਨੂੰ ਚਾਨਣ ਹੋ ਜਾਂਦਾ ਹੈ। ਮਨ ਬੁੱਧੀ ਆਪਦੇ ਘਰ ਚਲੇ ਜਾਂਦੇ ਨੇ। ਸੰਸਾਰ ਦੁਵਿਧਾ ਖਤਮ ਹੋ ਜਾਂਦੀ ਹੈ। ਦੇਵ ਲੋਕ ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਤਾਂ ਦਰ ਹੈ। ਉੱਥੋਂ ਲੋਕ ਵੀ ਦਿੰਦਾ, ਪਰਲੋਕ ਵੀ ਦਿੰਦਾ। ਉੱਥੋਂ ਬਾਣੀ ਸਾਨੂੰ ਸਮਝੀ ਜਾਂਦੀ ਹੈ। ਉੱਥੇ ਜਾ ਕੇ ਬਹਿ ਕੇ ਬਾਣੀ ਉਚਾਰੀ ਜਾਂਦੀ ਹੈ। ਉਹੀ ਤਾਂ ਦੇਵ ਲੋਕ ਹੈ। ਅੰਤਰ ਦੇਵ ਨਾ ਜਾਣੇ, ਅੰਨੇ ਮਨ ਨੂੰ ਦੀਂਦਾ ਨਹੀਂ, ਬਾਹਰ ਲੱਭੀ ਜਾਂਦਾ ਹੈ। 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਈ ਭਾਵਨੀ। ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰਦੁਆਰੇ ਤੋਂ ਭਾਵ ਗੁਰੂ ਸ਼ਬਦ ਦਾ ਗਿਆਨ, ਉਹ ਫਿਰ ਸਾਨੂੰ ਗੁਰਦੁਆਰੇ ਦੀ ਪ੍ਰਾਪਤੀ ਹੁੰਦੀ ਹੈ, 10ਵੇਂ ਦੁਆਰ ਦੀ। ਉਹੀ ਤਾਂ ਸਿੱਧ ਪੁੱਛ ਰਹੇ ਨੇ ਗੁਰੂ ਸਾਹਿਬ ਨੂੰ, ਜਦੋਂ ਸਿੱਧ ਗੋਸ਼ਟ ਹੋਈ, ਨਾਨਕ ਕਿਉਂ ਪਾਈਏ ਗੁਰਦੁਆਰੋ? ਗੁਰਦੁਆਰੋ ਕਿਵੇਂ ਪਾਇਆ ਜਾਊ? ਹਰ ਮੰਦਰ ਕਿਵੇਂ ਪਾਇਆ ਜਾਊ? ਉਹ ਮਸਜਿਦ ਕਿਵੇਂ ਪਾਈ ਜਾਊਗੀ? ਉਹ ਸਾਰੀ ਪ੍ਰਾਪਤੀ ਕਿਵੇਂ ਹੋਊ? ਸਤਿਗੁਰ ਸਮਝਾਉਂਦੇ, ਉਡੇ ਨਾ ਹੰਸ ਪੜੇ ਨਾ ਕੰਨ। ਗੁਰ ਸ਼ਬਦ ਦੇ ਗਿਆਨ ਨਾਲ ਮਨ ਬੁੱਧੀ ਨਹੀਂ ਉੱਡਦੇ, ਟਿਕ ਜਾਂਦੇ ਨੇ। ਜਦੋਂ ਉੱਡਦੇ ਹਾਂ ਅਸੀਂ ਕਲਪਨਾ ਕਰਦੇ ਹਾਂ, ਕਬੀਰ ਮਨ ਪੰਖੀ ਪਿਓ ਦੈਦ ਸੁੱਟ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਫਲ ਖਾਏ। ਫਿਰ ਸਾਨੂੰ ਜਨਮ ਧਾਰਨਾ ਪੈਂਦਾ ਹੈ। ਗੁਰ ਸ਼ਬਦ ਦੇ ਗਿਆਨ ਨਾਲ ਮਨ ਟਿਕ ਜਾਂਦਾ ਹੈ। ਪਹਿਲਾ ਪਦਾਰਥ ਸਾਨੂੰ ਮਿਲ ਜਾਂਦਾ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ, 4 ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਪਹਿਲਾ ਪਦਾਰਥ ਹੈ ਆਪਣਾ ਗਿਆਨ, ਇਹਦੇ ਨਾਲ ਮਨ ਟਿਕਦਾ ਹੈ। ਫਿਰ ਮਨ ਬੁੱਧੀ ਅੰਦਰ ਅਤਰੀਬ ਦੁਨੀਆ ਨੂੰ ਚਲੇ ਜਾਂਦੇ, ਆਪਦੇ ਹਰ ਮੂਲ ਦਾ ਦਰਸ਼ਨ ਕਰ ਲੈਂਦੇ ਨੇ। ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਸਾਨੂੰ ਕਾਹਤੇ ਨੇ? ਵਿਸਰਿਆ ਹੋਇਆ, ਹਰ ਵਿਸਰਿਆ ਹੋਇਆ। ਸਾਡੀ ਖੁਆਰੀ ਸ਼ੁਰੂ ਹੋਈ ਹੋਈ ਆ। ਇਹ ਖੁਆਰੀ ਕਿਵੇਂ ਖਤਮ ਹੋਊ? ਗੁਰੂ ਦੇ ਚਰਨਾਂ ਨਾਲ ਲੱਗ ਕੇ, ਬਾਣੀ ਨਾਲ ਲੱਗ ਕੇ। ਇੱਕ ਨੇ 10ਵਾਂ ਦੁਆਰ ਦਿਖਾਇਆ, ਉਹਨਾਂ ਨੂੰ ਦਰਸ਼ਨ ਹੁੰਦਾ 10ਵੇਂ ਦੁਆਰ ਦਾ। ਮਨ ਬੁੱਧੀ ਕਰ ਲੈਂਦੇ ਆਪਦੇ ਮੂਲ ਦਾ, ਹਰ ਦਾ। ਫਿਰ ਉਦੋਂ ਬਾਅਦ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਉਦੋਂ ਬਾਅਦ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਕੀ ਹੈ? ਹੁਕਮ। ਸਾਧ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ। ਜੋ ਹੁਕਮ ਹੈ ਉਹ ਨਾਮ ਹੈ, ਜਿਹਦੇ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਨਾਮੇ ਉਤਪਤ, ਨਾਮੇ ਪਰਲੋ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸਾਰੇ ਤਾਂ ਉਹਦੇ ਬੰਨ ਕੇ ਰੱਖੇ ਆ। ਉਹ ਤੀਜਾ ਪਦਾਰਥ ਆ ਸਾਡਾ। ਫਿਰ ਸਾਨੂੰ ਦਰਸ਼ਨ ਹੁੰਦਾ, ਜਿਹਨੂੰ ਤੁਰਕੀ ਬਾਣੀ ਵੀ ਕਿਹਾ ਹੈ, ਨਾਦ ਵੀ ਕਿਹਾ ਹੈ। ਤੁਰਕੀ ਬਾਣੀ ਆਈ, ਜਿਹਨੇ ਸਗਲੀ ਚਿੰਤ ਮਿਟਾਈ। ਖਤਮ ਹੋ ਜਾਂਦੀ ਹੈ ਚਿੰਤਾ, ਜੀਵਾਤਮਾ ਉਹਦੇ ਘਰ ਪਹੁੰਚ ਜਾਂਦੀ ਹੈ। ਉਹਦੀ ਖਾਤਰ ਤਾਂ ਆਪਾਂ ਨੂੰ ਮਨੁੱਖਾ ਦਹੀ ਮਿਲੀ ਹੈ। ਨਹੀਂ ਜੰਮਣ ਮਨ ਤਾਂ ਫਿਰ ਆਪਣੇ ਸਿਰ 'ਤੇ ਖੜ੍ਹਾ ਹੀ ਹੈ, ਉਬੋ ਕਾਲ। ਉਸ ਤੋਂ ਬਾਅਦ ਜਦੋਂ ਹੁਕਮ 'ਚ ਲੈ ਹੁੰਦੇ ਹਾਂ ਅਸੀਂ, ਨਾਮ ਸਮਾ ਜਾਂਦੇ ਹਾਂ, ਫਿਰ ਸਾਡਾ ਜਨਮ ਹੁੰਦਾ, ਸੱਚਖੰਡ ਵਾਸੀ ਬਣ ਜਾਂਦੇ ਹਾਂ।
ਸਿੱਧੇ ਸੱਚਖੰਡ ਜਾ ਪਹੁੰਚੇ ਬੈਠੇ ਅਸੀਂ ਤਾਂ ਗੱਲਾਂ ਨਾਲ ਸਰੀਰ ਕਰਕੇ ਸਾਰਾ ਕੁਝ ਪੂਰਨ ਕਰੀ ਬੈਠੇ ਹਾਂ। ਨਹੀਂ ਭਾਈ, ਆਤਮਾ ਤੋਂ ਕੋਰੇ ਹਾਂ, ਆਤਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਗੁਰ ਸ਼ਬਦ ਤੋਂ ਬਿਨਾਂ ਨਹੀਂ ਉਹ ਹੋਣੀ ਹੈਗੀ। ਇੱਕ 10ਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਉਹਦੇ ਬਾਰੇ ਕੁਝ ਸਮਝਾਉਣਾ ਮਨ ਬੁੱਧੀ ਦੀ ਪਕੜ ਤੋਂ ਪਰੇ ਦਾ ਵਿਸ਼ਾ ਹੈ। ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਤਿੱਥੇ ਲੋ ਲੋ ਆਕਾਰ ਜਿਮ ਜਿਮ ਹੁਕਮ ਤਿਵੇ ਤਿਵਕਾਰ ਵੇਖੇ ਵਿਕਚੇ ਵਿਕਸੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਗਿਆਨ ਹੈ ਭਾਈ। ਉਹ ਸਮਝਾਉਣਾ ਕਿਉਂ ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਹੈਗਾ, ਉਹ ਧਿਆਨ ਦੀ ਦੁਨੀਆ ਦਾ ਵਿਸ਼ਾ ਹੈ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ ਇੱਕ ਦਾ। ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਮਜਾਇਆ। ਹਰੀ ਦੀ ਕਿਰਪਾ ਨਾਲ ਸਾਡਾ ਇਹ ਜੀਵਨ ਚੱਲਦਾ। ਪਰ ਰਵਿਦਾਸ ਸਾਹਿਬ ਭਗਤ ਜੀ ਦਾ ਸ਼ਬਦ ਲੈ ਲੈਂਦੇ ਹਾਂ, ਜਿਨ ਜੀਓ ਪਿੰਡ ਦੀਆ ਰਿਚ ਘਬਰਾਵੇ ਸਭ ਘਟ ਭੀਤਰ ਹਾਟ ਚਲਾ। ਉਹਦੀ ਕਿਰਪਾ ਨਾਲ ਸਾਡਾ ਹਾਟ ਸ਼ਾਹ ਚੱਲ ਰਿਹਾ ਵਾ, ਉਹਦੀ ਕਿਰਪਾ ਰਹਿਮਤ ਤੇ ਸਾਡਾ ਜੀਵਨ ਖੜਾ ਵਾ। ਪਰ ਅਸੀਂ ਉਹਦੀ ਭਗਤੀ ਕਰਨੀ ਸੀ, ਆਪਦੀ ਕਰਾਉਣ ਲੱਗ ਗਏ। ਮਾਧੋ ਹਮ ਐਸੇ ਅਪਰਾਧੀ ਜਿਨ ਜੀਓ ਪਿੰਡ ਦੀਆ ਇਸਕੀ ਪ੍ਰੇਮ ਭਗਤ ਨਹੀਂ ਸਾਦੀ। ਸਾਰਾ ਕੁਛ ਉਹਨੇ ਦਿੱਤਾ ਸਾਡੀ ਖਾਤਰ, ਸਾਰਾ ਕੁਛ ਬਣਾਇਆ, ਐਡਾ ਡੰਬਰ ਰਚਿਆ, ਉਹਦੀ ਭਗਤੀ ਕਰਨੀ ਸੀ, ਆਪਦੀ ਕਰਾਉਣ ਲੱਗ ਗਏ। ਇਹ ਤਾਂ ਆਪਾਂ ਹੀ ਨਹੀਂ ਵਿਚਾਰ ਕੀਤੀ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਉਹ ਇੱਕ ਕੀ ਹੈ ਕਰਨ। ਇਹ ਸੰਸਾਰ ਕੌਣ ਚਲਾ ਰਿਹਾ ਹੈ, ਇਹਨੂੰ ਕਾਰਨ ਕਿਹਨੇ ਬਣਾਇਆ, ਸਾਰਾ ਕੁਛ ਕਾਹਦੇ ਕਰਕੇ ਬਣਾਇਆ, ਕੀ ਕਾਰਨ ਸੀ ਇਹਦਾ ਬਣਾਉਣ ਦਾ, ਇਹਦੇ ਪਿੱਛੇ ਕਿਹੜੀ ਸ਼ਕਤੀ ਹੈ। ਪ੍ਰਭ ਏਕ ਹੈ, ਦੂਸਰ ਨਹੀਂ ਕੋਈ। ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਆਪਾਂ ਵਿਚਾਰ ਕੀਤੀ। ਬਾਰ ਸੱਚ ਦੇ ਗਿਆਨ ਤੋਂ ਬਿਨਾਂ ਸਾਰੀ ਖੇਲ ਸਾਨੂੰ ਨਹੀਂ ਸਮਝ ਆਉਣੀ, ਫਿਰ ਸਾਡਾ ਛੁਟਕਾਰਾ ਹੋਣਾ ਭਾਈ ਸੱਚ ਦੇ ਗਿਆਨ ਤੋਂ ਬਿਨਾਂ। ਆਹ ਕੀ ਸਾਡੇ ਕੋਲ ਕੀ ਹੈ, ਝੂਠ ਦਾ ਗਿਆਨ। ਸੰਸਾਰ ਸਾਨੂੰ ਕਿੰਨਾ ਵੀ ਮੰਨਦਾ ਹੋਵੇ, ਜੇ ਜੁਗ ਚਾਰੇ ਆਰਜਾਂ ਹੋਣ ਦਸੂਣੀ ਹੋਏ, ਨਵਖਿੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ। ਚੰਗਾ ਨਾਮ ਰਖਾਏ ਕੇ ਜਸ ਕੀਰਤ ਚੱਕ ਲਿਆ, ਜੇ ਤਿਸ ਨਦਰ ਨਾ ਵੀ ਤਾਂ ਬਾਤ ਨਾ ਪੁੱਛੇਗੀ। ਜੇ ਨਦਰ ਨਾ ਹੋਈ, ਨਾਮ ਦੀ ਪ੍ਰਾਪਤੀ ਨਾ ਹੋਈ, ਤਾਂ ਕਿਸੇ ਨੇ ਨਹੀਂ ਪੁੱਛਣਾ ਭਾਈ, ਕਾਲ ਨੇ ਬੂਦੀਆਂ ਤੋਂ ਫੜ ਕੇ ਲੈ ਜਾਣਾ। ਕਹੋ ਕਬੀਰ ਤਬ ਹੀ ਨਰ ਜਾਗੇ ਜਬ ਜੰਮ ਕਾ ਡੰਡ ਮੂੰਡ ਮੇ ਲਾਗੇ। ਫਿਰ ਜਾਗਦਾ ਜੀ, ਫਿਰ ਉਹਦਾ ਸਮਾਂ ਨਿਕਲ ਜਾਂਦਾ ਵਾ। ਸਤਿਗੁਰ ਸਮਝਾਉਂਦੇ ਆ ਭਾਈ, ਸੰਸਾਰ ਤੈਨੂੰ ਕਿੰਨਾ ਵੀ ਨਾ ਮੰਨਦਾ ਹੋਵੇ, ਕਿੰਨਾ ਵੀ ਤੇਰੇ ਤੋਂ ਪ੍ਰਭਾਵਿਤ ਹੋਵੇ, ਸਾਰਾ ਸੰਸਾਰ ਤੇਰੇ ਨਾਲ ਕਿਉਂ ਨਾ ਚੱਲੇ, ਜੇ ਨਾਮ ਦੀ ਪ੍ਰਾਪਤੀ ਨਾ ਹੋਈ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਹੈ। ਹੁਣ ਆਪਾਂ ਇਸ ਲੋਕ ਦੀ ਵਿਚਾਰ ਕੀਤੀ, ਆਪਾਂ ਪਹਿਲੇ ਪਦੇ ਦੀ ਵੀ ਇਹਦੇ ਨਾਲ ਵਿਚਾਰ ਕਰ ਲਈ। ਇੱਕ ਪਾਠ ਹੋ ਜੂ, ਫਿਰ ਦੂਜੇ ਪਾਠ 'ਚ ਆਪਾਂ 7 ਪਦ ਜਿਵੇਂ ਪਿੱਛੇ ਲੈਣੇ, ਐਵੇਂ ਆਪਾਂ ਲਵਾਂਗੇ। ਜੇ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ, ਆਪਾਂ ਵਿਚਾਰ ਕਰੀਏ। ਸਤਿਗੁਰ ਸਮਝਾਉਂਦੇ ਆ, ਕਰਨ ਜੋ ਅਸੀਂ ਕਰ ਰਹੇ ਹਾਂ, ਕਰਾਵਨ ਹੁਕਮ ਕਰਾ ਰਿਹਾ, ਕਰਨੇ ਯੋਗ ਹੈ, ਸ਼ਕਤੀ ਹੈ ਉਹਦੇ ਕੋਲ, ਕੁਛ ਵੀ ਕਰਵਾ ਲੈਂਦਾ। ਜੋ ਸਾਨੂੰ ਸਰੀਰ ਉਹਨੇ ਦਿੱਤਾ ਵਾ, ਉਹ ਕੁਛ ਵੀ ਕਰਵਾ ਸਕਦਾ। ਜੇ ਸਾਡੇ ਹੱਥ 'ਚ ਹੋਵੇ ਸਾਰਾ ਕੁਛ, ਅਸੀਂ ਤਾਂ ਸਾਰਾ ਕੁਛ ਬਸ ਕਰ ਲਈਏ, ਕਿਸੇ ਨੂੰ ਦਈਏ ਨਾ। ਆਪਾਂ ਇੱਥੋਂ ਇਕੱਲੀ ਇਹ ਪੰਕਤੀ ਵਿਚਾਰ ਨਹੀਂ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਦੋ ਹੀ ਪੱਖ ਹੁੰਦੇ ਨੇ ਇਹਦੇ ਵਿੱਚ। ਮਾਇਆ ਨੂੰ ਨਿਖੇੜ ਕੇ ਉਹ ਨਿਰਾਕਾਰ ਦੁਨੀਆ ਨੂੰ ਸਮਝਾਇਆ ਗਿਆ, ਆਕਾਰ ਤੋਂ ਰਹਿਤ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਦੁਬਾਰਾ ਕਿਵੇਂ ਜਾਵਾਂਗੇ, ਸਾਨੂੰ ਗਿਆਨ ਹੀ ਨਹੀਂ ਹੈਗਾ। ਪੰਥ ਨਿਹਾਰੇ ਕਾਮਣੀ, ਪੰਥ ਤੋਂ ਭਾਵ ਰਸਤਾ, ਕਾਮਣੀ ਇੱਛਾ ਵਾਲੀ, ਜਿਹਦੇ ਅੰਦਰ ਇੱਛਾ ਪੈਦਾ ਹੋਊਗੀ, ਉਹ ਰਸਤਾ ਦੇਖ ਰਹੀ ਹੈ। ਇਵੇਂ ਸਾਡੀ ਆਤਮਾ ਜਦੋਂ ਜਾਗ ਜਾਵਾਂਗੇ, ਫਿਰ ਅਸੀਂ ਆਪਦੇ ਰਸਤੇ 'ਤੇ ਚੱਲਣਾ ਵਾ। ਜਿਹੜੀ ਅਸੀਂ ਪੰਥ ਬਣਾਈ ਬੈਠੇ ਹਾਂ, ਸਾਡੀ ਮਾਨਵ ਸੋਚ ਦੇ, ਉਹ ਨਹੀਂ ਚੱਲਦੇ ਉੱਥੇ। ਇੱਥੇ ਥੱਲੇ ਰਹਿ ਜਾਂਦਾ ਸੰਸਾਰ 'ਚ। ਅੱਗੇ ਆਪਾਂ ਨੂੰ ਆ ਜਾਣਾ, ਜੇ ਪੰਥ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤੈ ਨਾਲ ਸਿਆਨੂੰ। ਨਾਮ ਨਾਲ ਐਂਟਰੀ ਆ ਉੱਥੇ, ਨਾਮ ਤੋਂ ਬਿਨਾਂ ਨਹੀਂ ਉੱਥੇ ਐਂਟਰੀ ਹੈਗੀ। ਇੱਥੇ ਜੰਮਣ ਮਰਨ ਨੂੰ ਰਹਿੰਦੇ ਹਾਂ ਅਸੀਂ। ਸਤਿਗੁਰ ਕੀ ਸਮਝਾਉਂਦੇ ਆ, ਕਰਨ ਕਰਾਵਨ ਕਰਨੇ ਯੋਗ, ਜੋ ਤਿਸ ਭਾਵ ਹੈ ਸੋਈ ਹੋ। ਜੋ ਹੁੰਦਾ ਹੁਕਮ ਦਰਗਾਹ 'ਚ ਉਹੀ ਚੱਲਦਾ ਵਾ, ਸਾਰਾ ਦਰਗਾਹ ਹੀ ਕੰਟਰੋਲ ਕਰ ਰਹੀ ਹੈ, ਸੱਚਖੰਡ ਹੀ ਕੰਟਰੋਲ ਕਰ ਰਿਹਾ। ਪਿੱਛੇ ਆਪਾਂ ਵਿਚਾਰ ਕੀਤੀ ਆ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਸਾਨੂੰ ਨਹੀਂ ਦਿੰਦਾ, ਉਹ ਤਾਂ ਵੇਖ ਹੀ ਰਹੇ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਜਿਹੜੇ ਹੁਕਮ ਨੂੰ ਬੁੱਝ ਲੈਂਦੇ, ਉਹਨਾਂ ਦੇ ਅੰਦਰ ਹੰਕਾਰ ਚੱਲਿਆ ਜਾਂਦਾ। ਉਹੀ ਤਾਂ ਬੁੱਝਣ ਆਏ ਸੀ ਆਪਾਂ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਜਿਹਨੇ ਹੁਕਮ ਬੁੱਝ ਲਿਆ, ਉਹਨੂੰ ਸੇਵਾ ਮਿਲਦੀ ਹੈ ਭਾਈ, ਉਹੀ ਜਸ ਕਰਦਾ ਵਾ। ਹੁਕਮ ਅਸੀਂ ਬੁੱਝਿਆ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਬਾਣੀ ਹੁਕਮ ਰੂਪ ਹੈ, ਪਰ ਮਨ ਮੰਨਦਾ ਨਹੀਂ। ਮਨ ਨੂੰ ਮਨਾਉਣਾ ਵਾ, ਜਦੋਂ ਮਨ ਭਾਣੇ 'ਚ ਆ ਜਾਂਦਾ, ਫਿਰ ਸਾਰੀ ਖੇਲ ਸਮਝ ਆਉਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਖਿੰਨਵੇਂ ਥਾਪ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕਿਵੇਂ ਉਹਦਾ ਅੰਤ ਪਾ ਲਾਂਗੇ ਅਸੀਂ? ਉਹਦੇ ਹੁਕਮ ਨਾਲ ਜੰਮਣਾ ਮਰਨਾ ਹੁਕਮ ਹੈ। ਲੱਖਾਂ ਹੀ ਜੀਵ ਸਾਹ ਲੈਣ ਲੱਗ ਜਾਂਦੇ, ਲੱਖਾਂ ਹੀ ਬੰਦ ਹੋ ਜਾਂਦੇ ਨੇ। ਹੁਕਮ ਨਹੀਂ ਉਤਪਤੀ ਹੋ ਜਾਂਦੀ, ਹੁਕਮ ਨਹੀਂ ਪਰਲੋ ਆ ਜਾਂਦੀ ਹੈ। ਖਿੰਨ ਦੇ ਵਿੱਚ ਥਾਪ ਦਿੰਦਾ, ਜੀਵ ਸਾਹ ਲੈਣ ਲੱਗ ਜਾਂਦਾ, ਸਾਹ ਖਿੱਚ ਲੈਂਦਾ, ਅਸੀਂ ਰੋਣ ਲੱਗ ਜਾਂਦੇ ਹਾਂ। ਇੰਨੀ ਕੁ ਬੁੱਧੀ ਹੈ ਸਾਡੇ ਕੋਲ, ਸੰਸਾਰੀ ਹੈ।
ਵਿਰੋਧ ਕਰਦੇ ਹਾਂ ਉਲਟਾ, ਦਿੱਤਾ ਕਿਉਂ ਫਿਰ ਕਿਉਂ ਲੈ ਲਿਆ। ਉਹਦੀ ਖੇਲ ਹੈ ਭਾਈ, ਇਹ ਤਾਂ ਉਹਦੀ ਸਮੱਗਰੀ ਹੈ ਸਾਰੀ, ਸਗਲ ਸਮੱਗਰੀ ਆਪਣੇ ਸੂਤਰਧਾਰੀ। ਖਿਨਵੇਂ ਥਾਪ ਉਹ ਥਾਪਨ ਹਾਰਾ, ਥਾਪ ਪੈਦਾ ਕਰ ਦਿੰਦਾ, ਉਹ ਥਾਪ ਮਰ ਜਾਂਦਾ ਜੀਵ, ਸਾਹ ਖਿੱਚ ਲੈਂਦਾ ਹੈ। ਅੰਤ ਨਹੀਂ ਕਿਛ ਪਾਰਾਵਾਰ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਵੀ ਲੋਕ ਅੰਤ ਪਾਉਂਦੇ ਗਏ, ਹੱਡ ਜੋਗ ਤਪ ਜੋ ਕਰਦੇ ਰਹੇ, ਜੰਗਲਾਂ ਜਾ ਕੇ ਉਹਨੂੰ ਲੱਭਦੇ ਰਹੇ, ਭਗਤੀਆਂ ਕਰਦੇ ਇੱਕ ਲੱਤੇ ਖੜ ਕੇ, ਪੁੱਠੇ ਹੋ ਕੇ ਵੀ, ਡੰਡੌਤ ਕਰਕੇ ਵੀ, ਉਹ ਸਰੀਰ ਦੀਆਂ ਕਰਦੇ ਰਹਿ ਗਏ। ਉਹ 'ਚ ਗਿਆਨ ਤਾਂ ਪੈਦਾ ਨਹੀਂ ਹੋਇਆ। ਕਰਨੀਆਂ ਇਵੇਂ ਹੀ ਨੇ, ਪਰ ਉਹ ਮਨ ਕਰਕੇ ਕਰਨੀਆਂ, ਮਨ ਦੀ ਡੰਡੌਤ ਕਰਾਉਣੀ ਹੈ। ਕਰ ਡੰਡੌਤ ਪੁੰਨ ਵੱਡਾ ਹੈ, ਇਹਦੀ ਡੰਡੌਤ ਕਰਨੀ, ਉਹਨੂੰ ਲੰਬਾ ਕਰਨਾ ਹੈ। ਮਨ 'ਚ ਬਹੁਤ ਬਲ ਨੇ, ਇਹ ਮੰਨਦਾ ਨਹੀਂ ਛੇਤੀ, ਇਹਨੂੰ ਮਨਾਉਣਾ ਵਾ। ਜਦੋਂ ਮਨ ਭਾਣੇ 'ਚ ਆ ਜਾਂਦਾ ਫਿਰ ਇਹ ਸਾਰੀ ਖੇਲ ਸਮਝ ਆਉਂਦੀ ਹੈ। ਮਨ ਨੂੰ ਭਾਣੇ 'ਚ ਲਿਆਉਣਾ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਕਿਰਪਾ ਲੈਣੀ ਹੈ ਦਾਤੇ ਦੀ, ਫਿਰ ਮਨ ਬਚ ਆਉਂਦਾ, ਨਹੀਂ ਮਨ ਨਹੀਂ ਬਚ ਆਉਂਦਾ। ਹੁਕਮੇ ਧਾਰ ਧਰ ਰਹਾਵੇ, ਹੁਕਮੇ ਉਪਜੇ ਹੁਕਮ ਸੰਭਾਵੇ। ਆਪਦੇ ਹੁਕਮ ਨਾਲ ਧਾਰ ਕੇ ਸਹਾਰਾ ਦਿੱਤਾ ਹੋਇਆ ਸਾਨੂੰ, ਸਾਰੀ ਸ੍ਰਿਸ਼ਟੀ ਹੁਕਮ ਦੇ ਆਸਰੇ ਖੜੀ ਹੈ। ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਤਰੇ ਰਿਹਾ ਸਾਹਿਬ ਵੇਖ, ਸਾਰੀ ਦਾ ਹੁਕਮ ਤੇ ਖੜੀ ਹੈ। ਹੁਕਮ ਨਾਲ ਉਪਜੇ ਮਤਲਬ ਪੈਦਾ ਹੋਇਆ, ਹੁਕਮ ਨੇ ਸਮਾਉਣਾ ਵਾ। ਉਹਦੇ ਹੁਕਮ ਤੋਂ ਬਿਨਾਂ ਉਹ 'ਚ ਨਹੀਂ ਕੋਈ ਸਮਾ ਸਕਦਾ। ਝੂਠ ਜਿੰਨਾ ਕੋਈ ਮਰਜ਼ੀ ਬੋਲੀ ਜਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਹੁਕਮ ਦੇ ਨਾਲ ਹੀ ਅਨੇਕਾਂ ਗਿਆਨ ਪੈਦਾ ਕੀਤੇ ਗਏ। ਰੰਗ ਹੁੰਦਾ ਹੈ ਗਿਆਨ, ਅਨੇਕਾਂ ਪ੍ਰਕਾਰ ਦੇ। ਉਹੀ ਜੀਵ ਮਨੁੱਖ ਚਪੜਾਸੀ ਆ, ਉਹੀ ਮਨੁੱਖ ਢੇਸੀ ਹੈ। ਫਰਕ ਕੀ ਹੈ ਗਿਆਨ ਦਾ, ਕਲਾ ਦਾ? ਇਹੀ ਤਾਂ ਕੁਦਰਤੀ ਕਲਾ ਵਾ। ਕੁਛ ਵੀ ਬਣਾਉਣ ਦਾ ਇੱਕ ਦਾਤ, ਇੱਕ ਭਿਖਾਰੀ, ਸਭ ਤੇਰੇ ਚੋਜ ਵਡਾਣਾ। ਹੁਕਮ ਦਾ ਵਿਰੋਧ ਕਰਕੇ ਅਸੀਂ ਊਚ ਨੀਚ ਕਹਿੰਦੇ, ਊਚ ਨੀਚ ਕੋਈ ਨਹੀਂ ਗਾ। ਅਸੀਂ ਸਮਝਿਆ ਨਹੀਂ ਜਿਹਨੇ ਪੈਦਾ ਕੀਤੇ ਨੇ, ਬਣਾਇਆ, ਸਾਨੂੰ ਖੇਲ ਦਾ ਪਤਾ ਹੀ ਨਹੀਂ ਹੈਗਾ, ਤਾਂ ਅਸੀਂ ਵਿਰੋਧ ਕਰਦੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ। ਫਿਰ ਆ ਗਿਆ ਸਾਰ, ਆ ਗਿਆ ਪਦੇ ਦਾ, ਸਾਰਿਆਂ ਸਮਾਇਆ ਹੋਇਆ। ਸਰੀਰ 'ਚ ਨਹੀਂ ਹੁੰਦਾ, ਮਨ ਦੇ ਵਿੱਚ। ਮਨ ਮੈਂ ਆਪ, ਉਹਦੀ ਕਿਰਪਾ ਨਾਲ ਸਾਡਾ ਸਾਹ ਚੱਲਦਾ, ਉਹਦੀ ਕਿਰਪਾ ਨਾਲ ਲਾਈਟ ਹੈ ਸਾਡੀ, ਸਾਡਾ ਦੀਵਾ ਜਲ ਰਿਹਾ। ਇਹ ਦੀਵਾ ਜਲਦੇ ਜਲਦੇ ਭਾਵ ਮਨ ਦਾ ਆਪਾਂ ਆਪਦੇ ਘਰ ਪਹੁੰਚਣਾ ਵਾ, ਉਹ 'ਚ ਲੈ ਹੋਣਾ। ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ ਵਾ। ਬਾਬਾ ਫਰੀਦ ਜੀ ਦਾ ਆਪਾਂ ਸਲੋਕ ਲਈਏ, ਫਰੀਦਾ ਦੋਹ ਦੀਵੀ ਬੁਲੰਦਿਆਂ ਮਲਕ ਬੈਠਾ ਏ, ਗੜ ਲੀਤਾ ਘਟ ਲੋਟਿਆ, ਦੀਵੜੇ ਗਏ ਬਜਾਏ। ਫਿਰ ਭਾਈ ਘਟ ਫੁੱਟ ਜਾਊਗਾ, ਜਿਵੇਂ ਘੜਾ ਫੋੜਦੇ ਹਾਂ ਆਪਾਂ ਮੜੀਆਂ ਦੇ ਰਾਹ 'ਚ, ਮਰਕਟ ਦੇ ਰਾਹ 'ਚ। ਉਹ ਘੜਾ ਤਾਂ ਮਨ ਹੀ ਫੁੱਟ ਜਾਂਦਾ ਵਾ ਜਦੋਂ ਉਹਦਾ ਹੁਕਮ ਆਉਂਦਾ ਵਾ, ਪਰ ਅਸੀਂ ਪਹਿਲਾਂ ਉਹ 'ਚ ਲੈ ਹੋਣਾ ਵਾ। ਰੋਜ਼ ਬਾਣੀ ਆਪਾਂ ਨੂੰ ਉਹੀ ਤਾਂ ਗਿਆਨ ਕਰਾਉਂਦੀ ਹੈ। ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰ ਕਾਜ ਤੋਂ ਭਾਵ ਗੁਰ ਸ਼ਬਦ ਨਾਲ ਮਿਲ ਕੇ ਭਾਈ ਆਪਦਾ ਕਾਜ ਸਵਾਰ ਲਓ। ਪਰ ਅਸੀਂ ਦੂਆਂ ਤੋਂ ਸਵਾਰਨਾ ਚਾਹੁੰਦੇ ਹਾਂ, ਆਪ ਨਹੀਂ ਸਵਾਰਨਾ ਚਾਹੁੰਦੇ। ਆਪ ਹੀ ਸਵਾਰਨਾ ਪੈਣਾ ਆਪਾਂ ਨੂੰ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ, ਆਸਾ ਦੀ ਬਾਤ ਸਤਿਗੁਰ ਸਮਝਾਉਂਦੇ ਨੇ। ਆਪੇ ਜਪੋ ਆਪਣਾ ਜਾਪ, ਅੱਗੇ ਆਪਾਂ ਨੂੰ ਅਸ਼ਟਪਦੀ ਆ ਜਾਣੀਆਂ ਸਰਗੁਣ ਨਿਰਗੁਣ ਵਾਲੀ। ਆਪਣਾ ਜਪ ਆਪ ਜਪੋ, ਸਤਿਗੁਰ ਸਮਝਾਉਂਦੇ ਨੇ ਭਾਈ। ਕਰ ਕਰ ਦੇਖੇ ਆਪਣੀ ਵਡਿਆਈ, ਸਾਰਿਆਂ ਨੂੰ ਬਣਾ ਕੇ ਸਾਰਿਆਂ ਦੀ ਪਾਲਣਾ ਵੀ ਕਰ ਰਿਹਾ ਵਾ। ਸਤਿਗੁਰ ਕਹਿੰਦੇ ਉਹਦੀ ਵਡਿਆਈ ਹੋਰ ਵੱਡੀ ਹੋ ਜਾਂਦੀ ਹੈ, ਖਿਆਲ ਵੀ ਰੱਖਦਾ ਸਾਰਿਆਂ ਦਾ। ਅਸੀਂ ਦੇਣਾ ਭੁੱਲ ਜਾਂਦੇ ਹਾਂ, ਜਾਨਵਰਾਂ ਨੂੰ ਖੁਰਾਕ ਪਾਣੀ ਭੁੱਲ ਜਾਂਦੇ ਹਾਂ, ਪਰ ਉਹ ਸਾਨੂੰ ਯਾਦ ਕਰਾਉਂਦਾ ਵਾ। ਦਿੰਦਾ ਰਹੇ ਨਾ ਚੁੱਕੇ ਭੋਗ ਰਹਿ ਰਸ, ਰੋਜ਼ ਪੜ੍ਹਦੇ ਹਾਂ ਆਪਾਂ। ਗੁਣ ਇਹੋ, ਇਹ ਗੁਣ ਉਹ 'ਚ ਨੇ, ਆਪਣੇ 'ਚ ਨਹੀਂ ਹੁੰਦੇ। ਮਨੁੱਖ ਕਿੱਡਾ ਵੀ ਸੰਸਾਰ 'ਚ ਰੁਤਬਾ ਪ੍ਰਾਪਤ ਕਰ ਲਵੇ, ਕਿੱਡਾ ਰਾਜ ਪਾਠ ਕਾਇਮ ਕਰ ਲਵੇ, ਇਹ ਗੁਣ ਮਨੁੱਖ 'ਚ ਨਹੀਂ ਹੁੰਦੇ ਹੈਗੇ। ਇਹ ਉਹਦੇ ਗੁਣ ਨੇ ਸਾਰੇ। ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਈ, ਹੋਰ ਨਹੀਂ ਕੋਈ ਹੈਗਾ, ਨਾ ਕੋ ਹੋਇਆ ਨਾ ਹੋਊਗਾ। ਜੇ ਵਡਾਪ ਤੇ ਵਡ ਤੇਰੀ ਦਾਤ, ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ, ਦਾਤ ਵੀ ਤਾਂ ਉਹਦੀ ਓਡੀ ਹੈ, ਸਾਰਿਆਂ ਦਾ ਖਿਆਲ ਵੀ ਓਡੇ ਰੱਖ ਰਿਹਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੇ ਰਿਹਾ ਸਮਾਈ। ਸਾਡੇ ਅੰਦਰ ਹੀ ਹੈ, ਉਹਦੀ ਕਿਰਪਾ ਨਾਲ ਸਾਡਾ ਜੀਵਨ ਹੈ। ਬ੍ਰਹਮ ਦੀ ਸੇਵ ਬ੍ਰਹਮ ਸੁਣੀਏ। ਆਪਾਂ ਹੁਣ ਕੀ ਪ੍ਰਾਪਤੀ ਕਰਨੀ ਹੈ? ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਜਿਸ ਨੂੰ ਪਹਿਲਾ ਪਦਾਰਥ ਗੁਰ ਗਿਆਨ, ਸਾਨੂੰ ਪਹਿਲਾ ਪਦਾਰਥ ਮਿਲਦਾ ਵਾ, ਉਹਦੇ ਨਾਲ ਸਾਨੂੰ ਦੂਆ ਪਦਾਰਥ ਮਿਲ ਜਾਂਦਾ, ਮੁਕਤੀ। ਮਨ ਸੰਤੋਖ 'ਚ ਆ ਜਾਂਦਾ। ਸੰਤੋਖ ਤੋਂ ਬਾਅਦ ਹੀ ਭਗਤੀ ਸ਼ੁਰੂ ਹੁੰਦੀ ਹੈ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਨਾ ਅਸੀਂ ਨਿਰਭਉ ਹੁੰਦੇ ਹਾਂ, ਭੈ ਤੋਂ ਮੁਕਤ ਹੁੰਦੇ ਹਾਂ, ਡਰ ਸਾਡਾ ਗਿਆ ਨਹੀਂ ਹੁੰਦਾ। ਅਸੀਂ ਬਹੁਤ ਬੜੇ ਨਾਲ ਬਾਡੀਗਾਰਡ ਰੱਖ ਲੈਂਦੇ ਹਾਂ, ਬੜੇ ਬੜੇ ਜੱਥੇ ਰੱਖ ਲੈਂਦੇ ਹਾਂ, ਬੜੇ ਭਗਤ ਵੀ ਕਹਾਉਂਦੇ ਹਾਂ। ਉਹ ਸਰੀਰ ਕਰਕੇ ਆ ਭਾਈ, ਸਾਰੇ ਆਤਮਾ ਤੋਂ ਕੋਰੇ ਹੁੰਦੇ ਹਾਂ।
ਨਿਰਵੈਰ ਹੋਣਾ ਆਪਾਂ ਇਹ ਦੂਆ ਗੁਣ ਹੈ। ਕਾਲ ਤੋਂ ਮੁਕਤ ਹੋਣਾ ਹੈ, ਅਜੂਨੀ ਸਰੀਰ 'ਚ ਰਹਿੰਦੇ ਰਹਿੰਦੇ ਤਿਆਗ ਕਰਨਾ। ਇਹ ਚਾਰ ਜਿਹੜੇ ਹੈਗੇ ਆਪਾਂ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਚਾਰੇ ਪਦਾਰਥ ਦੱਸਿਆ ਗਿਆ ਬਾਣੀ ਵਿੱਚ, ਚਾਰੇ ਬਾਣੀਆਂ ਨੇ, ਚਾਰੇ ਖਾਣੀਆਂ ਨੇ, ਚਾਰੇ ਇਲਾਵਾਂ ਨੇ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਇਹ ਸਾਧ ਜਨਾਂ ਦੀ ਬਾਣੀ ਹੈ ਭਾਈ, ਆਪਾਂ ਇਹਦੀ ਪ੍ਰਾਪਤੀ ਕਰਨੀ ਹੈ। ਤਾਂ ਹੋਊਗੀ ਜੇ ਆਪਾਂ ਵਿਚਾਰ ਦੇ ਸੁਣਦੇ ਰਹਾਂਗੇ। ਜਿਹੜਾ ਕੋਈ ਵਿਚਾਰ ਦਾ ਸੁਣਦਾ ਉਹਨੂੰ ਇਹ ਮੰਨ ਲੈਣਾ ਚਾਹੀਦਾ ਵੀ ਉਹ 'ਤੇ ਕਿਰਪਾ ਰਹਿਮਤ ਹੋ ਚੁੱਕੀ ਹੈ। ਸੁਣਨਾ ਬੜਾ ਔਖਾ ਵਾ। ਸੁਣੀਏ ਦੁੱਖ ਪਾਪ ਕਾ ਨਾਸ, ਸੁਣਨੇ ਸਾਡੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਣਾ ਹੈ। ਸੁਣਨ ਵਾਲੇ ਅਮਰ ਹੋ ਜਾਣਗੇ, ਆਪਦੇ ਘਰ ਚਲੇ ਜਾਣਗੇ। ਇਹ ਪਹਿਲਾ ਪਦਾਰਥ ਆਪਾਂ ਨੂੰ ਗਿਆਨ ਮਿਲਣਾ, ਦੂਜਾ ਮੁਕਤੀ, ਸੰਤੋਖ। ਸੰਤੋਖ ਤੋਂ ਬਾਅਦ ਇਹ ਭਗਤੀ ਸ਼ੁਰੂ ਹੁੰਦੀ ਆ। ਆਪਾਂ ਇੱਕ ਆਸਾ ਦੀ ਵਾਰ ਦੀ ਪੌੜੀ ਲੈ ਲੈਣੇ। ਸਤਿਗੁਰਾਂ ਦੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ। ਜਿਹੜੇ ਸੱਚ ਕਮਾਉਂਦੇ ਨੇ, ਸੱਚ ਨਾਲ ਧਿਆਨ ਲਾਉਂਦੇ ਨੇ, ਸੰਤੋਖ 'ਚ ਰਹਿੰਦੇ ਨੇ, ਉਹ ਸੇਵਾ ਸੱਚ ਕਰਦੇ ਨੇ, ਉਹ ਸੱਚ ਦਾ ਜਸ ਕਰਦੇ ਨੇ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਉਹਨ ਮੰਦੇ ਪੈਰ ਨਾ ਰੱਖੇ, ਹੁਣ ਕਰ ਸੁਕਿਰਤ ਧਰਮ ਕਮਾਇਆ। ਸੁਕਿਰਤ ਧਰਮ ਹੈ ਭਾਈ, ਸੁਭ ਕਰਨੀ ਹੈ ਇਹ। ਮਾਇਆ ਤੋਂ ਰਹਿਤ, ਇੱਛਾ ਤੋਂ ਰਹਿਤ ਹੋ ਕੇ ਕੁਦਰਤ ਦਾ ਜਸ ਕਰਨਾ। ਸੰਤੋਖ ਦੇ ਵਿੱਚ ਆ ਕੇ ਭਗਤੀ ਸ਼ੁਰੂ ਹੁੰਦੀ ਹੈ। ਸੇਵ ਕੀਤੀ ਸੰਤੋਖੇ ਹੀ ਜਿਨ ਸੱਚੋ ਸੱਚ ਧਿਆਇਆ, ਹੁਣ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਾਇਆ। ਹੁਣ ਦੁਨੀਆ ਤੋੜੇ ਬੰਧਨਾਂ, ਦੁਨੀਆ ਬੰਧਨਾਂ ਤੋਂ ਮੁਕਤ ਹੁੰਦੇ ਨੇ, ਮਾਇਆ ਤੋਂ ਪਰੇ ਹੁੰਦੇ ਨੇ, ਸੰਸਾਰ ਦੇ ਮਾਇਆ ਦੇ ਬੰਧਨਾਂ ਤੋਂ ਪਰੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਗਿਆਨ ਹੋ ਚੁੱਕਿਆ ਹੁੰਦਾ, ਮੁਕਤੀ ਮਿਲ ਗਈ ਹੁੰਦੀ ਹੈ। ਹੁਣ ਦੁਨੀਆ ਤੋੜੇ ਬੰਧਨਾਂ ਨੇ, ਪਾਣੀ ਥੋੜ੍ਹਾ ਖਾਇਆ। ਹਨ ਪਾਣੀ ਤਾਂ ਸਰੀਰ ਕਰਕੇ ਖਾਇਆ ਸੀ। ਜਿਹੜਾ ਕੰਮ ਕਰਨਾ ਸੀ ਉਹਨਾਂ ਨੇ ਕਰ ਲਿਆ। ਭਾਈ ਇਵੇਂ ਆਪਾਂ ਵੀ ਕਰਨਾ ਵਾ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ। ਹੁਣ ਦੁਨੀਆ ਤੋੜੇ ਬੰਧਨਾਂ, ਹੁਣ ਪਾਣੀ ਥੋੜ੍ਹਾ ਖਾਇਆ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਇਹ ਕਿਵੇਂ ਹੋਊਗੀ? ਆਪਾਂ ਗੁਰ ਸ਼ਬਦ ਦੀ ਵਿਚਾਰ 'ਚ ਲੱਗੇ ਰਹਿਣਾ, ਬਾਣੀ ਨੂੰ ਸੁਣਦੇ ਰਹਿਣਾ। ਕਿਤੇ ਵੀ ਜਾਣਾ, ਕਿਤੇ ਦੀਵਾਨ ਸਮਾਗਮ ਹੁੰਦੇ ਨੇ, ਧਾਰਮਿਕ ਸਮਾਗਮ ਹੁੰਦੇ ਨੇ, ਗੁਰੂ ਘਰਾਂ 'ਚ ਵੀ ਜਾਣਾ, ਉੱਥੇ ਗੁਰੂ ਦੇ ਸ਼ਬਦ ਕਰਨੀ, ਧਿਆਨ ਰੱਖਣਾ, ਫਿਰ ਇਹ ਸਾਨੂੰ ਪ੍ਰਾਪਤੀ ਹੋਣੀ ਹੈ। ਭਗਤ ਕਬੀਰ ਜੀ ਨੇ ਆਪਾਂ ਨੂੰ ਸਮਝਾਇਆ, ਗੱਗਾ ਗੁਰ ਕੇ ਬਚਨ ਬਸਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਦੂਜੀ ਤਾਂ ਧਰਨੀ ਨਹੀਂ ਹੈਗੀ, ਗੁਰੂ ਦੀ ਵਿਚਾਰ ਹੀ ਸੁਣਨੀ ਆ। ਗੁਰੂ ਘਰ ਜਦੋਂ ਬਾਹਰ ਅਸੀਂ ਸੰਸਾਰ ਹੀ, ਉਹ ਵੱਖਰੀ ਗੱਲ ਹੈ। ਇਹ ਸਾਡਾ ਧਰਮ ਹੈ, ਇਹ ਪ੍ਰਾਪਤੀ ਕਰਨੀ ਹੈ। ਤਾਂ ਹੋਊਗੀ ਸਾਨੂੰ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਨਦੀਆਂ ਪਵੇ ਸੰਬੰਧ ਨਾ ਜਾਣੀ, ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਪ੍ਰਾਪਤੀ ਹੋਵੇ, ਅਸੀਂ ਵੀ ਜਾਣੀਏ ਇੱਕ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।